ਚਾਹੁੰਦਾ कि ਜਿਹੜਾ ਸਮਾਂ ਜਿਹੜਾ ਉਹ ਗੁਜ਼ਰਦਾ ਰਹਿੰਦਾ। ਸਿਆਣੇ ਕਹਿੰਦੇ ਹੁੰਦੇ ਸੀ ਜੇ ਸਮਾਂ ਮਾੜਾ ਨਾ ਤਾਂ ਸਬਰ ਕਰੋ, ਜੇ ਚੰਗਾ ਤਾਂ ਵਾਹਿਗੁਰੂ ਦਾ ਸ਼ੁਕਰ ਕਰੋ। ਚਲੋ ਸਮਾਂ ਮਾੜਾ ਸੀਗਾ ਸਮਾਂ, ਅਸੀਂ ਸਬਰ ਕੀਤਾ ਇਸ ਚੀਜ਼ ਦਾ। ਕਿਸੇ ਦੇ ਅੱਗੇ ਆਣ ਕੇ ਮਾੜਾ ਚੰਗਾ ਨਹੀਂ ਕਿਸੇ ਨੂੰ ਬੋਲਿਆ। ਹਾਂ, ਇਹ ਗੱਲ ਜ਼ਰੂਰ ਸੀ ਵੀ ਜਿੱਥੇ ਮੈਨੂੰ ਲੋੜ ਪੈਂਦੀ ਸੀ ਉੱਥੇ मैं सामने आन के ਜਿਹੜਾ अपना स्पष्टीकरण ਜਿਹੜਾ ਉਹ ਜ਼ਰੂਰ ਰੱਖਿਆ ਵਾ। ਤੇ ਉਸ ਤੋਂ ਬਾਅਦ मैं अपनी ਸਾਧ ਸੰਗਤ ਨੂੰ ਦੱਸ ਦੇਣਾ ਚਾਹੁੰਦਾ ਕਿ ਜਦੋਂ ਵੀ ਮਤਲਬ ਕਿ ਰੋਲਾ ਪਿਆ ਤੇ ਉਹਦੇ ਵਿੱਚ ਇੱਕੋ ਗੱਲ ਦਾ ਜਿਹੜਾ ਮੇਨ ਇਸ਼ੂ ਉੱਠਿਆ ਸੀਗਾ ਕਿ ਤੁਹਾਡੀਆਂ ਗੱਡੀਆਂ ਫੋਰਚੂਨਰ ਇਹਨਾਂ ਨੇ ਸੇਵਾ ਵਾਲੇ ਪੈਸਿਆਂ 'ਚ ਲੈ ਲਈਆਂ ਤੇ ਵਗੈਰਾ ਬਹੁਤ ਕੁਝ ਹੋਇਆ। ਚਲੋ ਸਾਰੀ ਸੰਗਤ ਨੇ ਸੁਣਿਆ, ਅਸੀਂ ਵੀ ਹੱਥ ਜੋੜ ਕੇ माफ़ी मंगते हैं संगत कोलों कि जे किसी को असी उच्चा नीवा बोल गए होवांगे तो असी माफ़ी के जाचक हाँ। तो उस तो बाद मैं संगत को दस देना चाहुंदा कि 23 मार्च नूं 2020 दे विच जिहड़ा लॉकडाउन शुरू हो गया सी, उस तो पहला तुहानूं संगत जी पता ही है सारिआं नूं कि असी नॉर्मल एक सेवा करते हुंदे सीगे। बजुर्गों नूं घरां दे विच जिहड़ा राशन जाके दे आउंदे हुंदे सीगे NRI वीरां दे सहयोग नाल। कोई साडे पंजाब पुलिस दे नौजवान साडे नाल जुड़े होए सी, उन्हां दे सहयोग दे नाल जाके उन्हां दे घरां दे विच फूड वगैरह दे आउणा। ते उस तो बाद लॉकडाउन होया, उस दे विच असीं जिहड़ी वड्डे पੱਧਰ ते जिहड़ी सेवा करनी जिहड़ी संगत दी शुरू कर दित्ती, जिहदे विच मैं तुहानूं दस देना चाहुंदा संगत जी कि असीं एक 800 रुपए दा पैकेट बनिया सीगा एक, जिहदे विच मतलब कि रसोई का घरेलू समान सीगा, जिहड़ा रसोई दे विच अपनी घरेलू समान वरतिया जांदा वा। ते ਉਹਦੇ ਵਿੱਚ ਅਸੀਂ डेली संगत जी मैं तुहानूं दस देना चाहुंदा कि ਅਸੀਂ ਲੱਖ रुपए का समान रोज़ दे के संगत नूं ਜਿਹੜਾ ਝੁੱਗੀਆਂ ਦੇ ਵਿੱਚ ਲਾ ਲਓ ਜਾਂ ਜਿੱਥੇ ਕਿ ਸਾਨੂੰ ਲੱਗਦਾ ਸੀਗਾ ਕਿ ਜ਼ਰੂਰਤਮੰਦ ਆ, ਜਿਹੜੀਆਂ ਸਾਡੀਆਂ ਮਾਵਾਂ ਸੀਗੀਆਂ ਹੈ ਨਾ, ਜਿਨ੍ਹਾਂ ਦੇ ਕੋਈ ਨਹੀਂ ਧੀ ਪੁੱਤ ਸੀਗੇ, ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਅਸੀਂ ਮੁਹੱਈਆ ਕਰਵਾਉਂਦੇ ਰਹੇ ਹਾਂ NRI ਵੀਰਾਂ ਦੇ ਸਹਿਯੋਗ ਦੇ ਨਾਲ। ਸੋ ਸਾਡੀ ਸੇਵਾ ਸੱਚੀ ਸੀਗੀ, ਸਾਨੂੰ NRI ਵੀਰਾਂ ਦਾ ਪਿਆਰ ਮਿਲਿਆ। ਜਿਸ ਘਰ ਦੇ ਵਿੱਚ ਅਸੀਂ ਜਾਂਦੇ ਸੀਗੇ ਫੂਡ ਵਗੈਰਾ ਰਾਸ਼ਨ ਵਗੈਰਾ ਦੇਣ, ਤੇ ਉੱਥੇ ਜਦੋਂ ਜਿਹੜੇ ਘਰ ਦੇ ਹਾਲਾਤ ਮਾੜੇ ਹੁੰਦੇ ਸੀ, ਕਿਉਂਕਿ ਮੋਸਟਲੀ ਅਸੀਂ ਉੱਥੇ ਗਏ ਹਾਂ ਜਿੱਥੇ ਵਾਕਈ ਲੋੜ ਸੀ ਬਜ਼ੁਰਗਾਂ ਨੂੰ। ਤੁਸੀਂ ਬਿਲਕੁਲ ਮੇਰੀਆਂ ਵੀਡੀਓ ਵੇਖੀਆਂ ਹੋਣਗੀਆਂ, ਤੇ ਅਸੀਂ ਉੱਥੇ ਜਾਂਦੇ ਨੇ ਜਿੱਥੇ ਵਾਕਈ ਜ਼ਰੂਰਤ ਹੁੰਦੀ ਸੀਗੀ, ਜਿੱਥੇ ਮਾਵਾਂ ਬਜ਼ੁਰਗ ਬੈਠੀਆਂ ਹੁੰਦੀਆਂ ਸੀਗੀਆਂ, ਉਹਨਾਂ ਨੂੰ ਜਾ ਕੇ ਅਸੀਂ ਜਿਹੜਾ ਰਾਸ਼ਨ ਵਗੈਰਾ ਦਿੰਦੇ ਸੀ। ਤੇ ਲੈਂਦੇ ਹੁੰਦੇ ਸੀ ਕਿ ਭਾਜੀ ਇਹਦਾ ਜਿਹੜਾ ਘਰ ਪੈਣਾ, ਅੱਜ ਅਸੀਂ ਬੇਨਤੀ ਕਰ ਦਿੰਦੇ ਸੀਗੇ ਕਿ ਭਾਈ ਇਹਨਾਂ ਦਾ ਘਰ ਬਣਨ ਵਾਲਾ, ਜੇ ਕੋਈ ਸਾਡਾ ਵੀਰ ਕੋਈ ਰੱਬੀ ਰੂਹ ਇਸ ਪਰਿਵਾਰ ਦੀ ਮਦਦ ਲਈ ਅੱਗੇ ਆ ਸਕਦੀ ਹੈ ਤਾਂ ਉਹ ਜ਼ਰੂਰ ਆਇਓ। ਉਹਦੇ ਵਿੱਚ ਸਾਡੇ NRI ਵੀਰਾਂ ਨੇ ਬੜਾ ਸਹਿਯੋਗ ਦਿੱਤਾ। ਤੇ ਮੈਂ ਇੱਥੇ ਸੰਗਤ ਨੂੰ ਪਹਿਲਾਂ ਦੱਸ ਦੇਣਾ ਚਾਹੁੰਦਾ ਕਿ ਅਸੀਂ ਜਿਹੜਾ 2 ਮਹੀਨੇ ਲਗਾਤਾਰ ਕਰੋਨਾ ਦੇ ਵਿੱਚ ਜਦੋਂ ਸਾਰੀ ਦੁਨੀਆ ਆਪਣੇ ਘਰਾਂ ਦੇ ਵਿੱਚ ਵੜ ਕੇ ਬੈਠ ਗਈ ਸੀਗੀ, ਤੇ ਉਦੋਂ ਵਾਹਿਗੁਰੂ ਦੀ ਮਿਹਰ ਦੇ ਨਾਲ ਸਾਡੇ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਸ਼੍ਰੀ ਰਕੇਸ਼ ਅਗਰਵਾਲ ਜੀ, ਉਹਨਾਂ ਦੇ ਹੁਕਮਾਂ ਦੇ ਨਾਲ ਅਸੀਂ ਲੋਕਾਂ ਦੇ ਘਰ ਵਿੱਚ ਜਾ ਕੇ ਤੇ ਡੇਲੀ ਲੱਖ ਰੁਪਏ ਦਾ ਸਮਾਨ ਦਿੰਦੇ ਸੀ। 2 ਮਹੀਨੇ ਲਗਾਤਾਰ ਸਮਾਨ ਦਿੱਤਾ। 50 ਲੱਖ ਰੁਪਏ ਦਾ ਅਸੀਂ ਜਿਹੜਾ ਸੰਗਤ ਜੀ ਜਿਹੜੇ ਇੱਦਾਂ ਦੇ ਲੋੜਵੰਦ ਪਰਿਵਾਰ ਸੀ ਉਹਨਾਂ ਨੂੰ ਰਾਸ਼ਨ ਵੰਡਿਆ NRI ਵੀਰਾਂ ਦੇ ਸਹਿਯੋਗ ਦੇ ਨਾਲ। ਕਈ ਲੋਕ ਕਹਿੰਦੇ ਆ ਕਿ ਤੁਸੀਂ NRI ਵੀਰਾਂ ਦਾ ਪੈਸਾ ਜਿਹੜਾ ਤੁਸੀਂ ਦਿੱਤਾ ਵਾ, ਨਾ ਤੁਹਾਡੀ ਹੋ ਗਈ ਮਸ਼ਹੂਰੀ, ਤੁਹਾਡੀ ਹੋ ਗਈ, ਤੁਸੀਂ ਕੀ ਦਿੱਤਾ। ਪਰ ਮੈਂ ਸੰਗਤ ਜੀ ਮੇਰੇ ਪੱਲੇ ਤਾਂ ਕੁਛ ਨਹੀਂ ਹੈਗਾ। ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਅਸੀਂ ਕੌਣ ਹੁੰਦੇ ਹਾਂ। ਮੈਂ ਆਪਣੇ ਕੋਲੋਂ ਜਿੰਨਾ ਕੁ ਹੋ ਗਿਆ ਚਲੋ ਮੈਂ ਕਰਦਾ ਵਾਂ, ਪਰ ਮੈਂ ਸਭ ਤੋਂ ਜਿਹੜਾ ਵਡਮੁੱਲਾ ਜਿਹੜਾ ਸਮਾਂ ਕਹਿੰਦੇ ਜਿਹੜਾ ਇੱਕ ਵਾਰੀ ਨਿਕਲ ਜੇ ਮੁੜ ਕੇ ਦੁਬਾਰਾ ਨਹੀਂ ਆਉਂਦਾ, ਸਭ ਤੋਂ ਕੀਮਤੀ ਸਮਾਂ ਮੈਂ ਆਪਣਾ ਸਮਾਂ ਦਿੱਤਾ ਸੰਗਤ ਜੀ। ਸਾਰਿਆਂ ਨੇ ਤੁਸੀਂ ਸੰਗਤ ਜੀ ਦੇਖਿਆ ਹੀ ਆ, ਰਾਤ ਦਿਨ ਇੱਕ ਕੀਤੀ ਅਸੀਂ ਸਮਾਜ ਲਈ। ਚਲੋ ਇਹ ਗੱਲ ਵੱਖਰੀ ਹੈ ਕਿ ਸਾਨੂੰ ਮਾੜਾ ਚੰਗਾ ਬੋਲਿਆ ਗਿਆ, ਤੇ ਉਹਦਾ ਕੋਈ ਮੈਨੂੰ ਇਹ ਨਹੀਂ ਹੈਗਾ ਕਿ ਕਿਸੇ ਨੇ ਮੈਨੂੰ ਚੰਗਾ ਕਿਹਾ ਜਾਂ ਮਾੜਾ ਕਿਹਾ ਹੈ ਨਾ। ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜਿਹੜੇ ਸੰਗਤ ਵੱਲੋਂ ਬਣਾਏ ਗਏ ਘਰ ਨੇ, ਅਸੀਂ ਕੌਣ ਹੁੰਦੇ ਹਾਂ ਹੈ ਨਾ। ਸੰਗਤ ਨੇ ਕਹਿੰਦੀ ਹੁੰਦੀ ਸੀਗੀ ਕਿ ਭਾਈ ਤੁਸੀਂ ਗੋਲਡੀ ਭਾਜੀ ਕਰੋ, ਤੇ ਅਸੀਂ ਜ਼ਰੂਰ ਤੁਹਾਡਾ ਸਹਿਯੋਗ ਦੇਵਾਂਗੇ।
ਤੇ ਉਹਦੇ ਵਿੱਚ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਸੰਗਤ ਜੀ ਕਿ 63 ਘਰ ਜਿਹੜੇ ਅਸੀਂ ਬਣਾ ਰਹੇ ਆ। ਤੇ ਇਹਨਾਂ ਦੇ ਵਿੱਚ ਲੋਕ ਇਹ ਕਹਿੰਦੇ ਆ ਕਿ ਤੁਸੀਂ ਵੀਡੀਓ ਤਾਂ 10-15 ਦੀ ਪਾਈ ਆ ਤੇ ਬਾਕੀ ਮੈਂ ਇਹਨਾਂ ਨੂੰ ਸੰਗਤ ਨੂੰ ਦੱਸ ਦੇਣਾ ਚਾਹੁੰਦਾ ਕਿ ਕਈ ਘਰ ਇਦਾਂ ਦੇ ਆ, ਕਿਉਂਕਿ ਜਿੱਦਾਂ ਮੇਰੇ ਕੋਲ ਸੇਵਾ ਆਈ ਗਈ ਮੈਂ ਆਪਣੇ ਕੋਲ 1 ਰੁਪਈਆ ਨਹੀਂ ਰੱਖਿਆ। ਜਿੱਦਾਂ ਮੇਰੇ ਕੋਲ ਪਹਿਲਾਂ ਜਿੱਦਾਂ ਰਾਸ਼ਨ ਲਈ ਆਉਂਦੇ ਰਹੀ ਮੈਂ ਉਦਾਂ ਹੀ ਰਾਸ਼ਨ ਵੰਡੀ ਗਿਆ ਲਗਾਤਾਰ। ਜਿੱਦਾਂ ਮੇਰੇ ਕੋਲ ਘਰਾਂ ਦੀ ਸੇਵਾ ਆਈ ਮੈਂ ਉਦਾਂ ਹੀ, ਤੁਸੀਂ ਵੀਡੀਓ ਦੇ ਵਿੱਚ ਵੀ ਦੇਖਿਆ ਹੋਣਾ ਕਿ ਜਿੱਦਾਂ ਆਪਾਂ ਇਦਾਂ ਲਗਾਤਾਰ ਸ਼ਰੇਆਮ ਫੜਾਏ ਪੈਸੇ, ਲੋ ਸੰਗਤ ਜੀ ਘਰ ਸਟਾਰਟ ਕਰੋ, ਲੋ ਸੰਗਤ ਜੀ ਘਰ ਸਟਾਰਟ ਕਰੋ, ਹਨਾ। ਤੇ ਜਿਹੜਾ 63 ਘਰ ਸੰਗਤ ਜੀ ਅਸੀਂ ਬਣਾਏ ਸੀਗੇ ਤੇ ਉਹਨਾਂ ਦੇ ਉੱਤੇ ਜਿਹੜਾ ਖਰਚਾ ਹੁਣ ਤੱਕ ਆਇਆ ਵਾ 85 ਲੱਖ ਰੁਪਈਆ, 85 ਲੱਖ 5,000। ਠੀਕ ਆ ਜੀ। ਤੇ ਮੈਂ ਸੰਗਤ ਨੂੰ ਦੱਸ ਦੇਣਾ ਚਾਹੁੰਦਾ ਕਿ ਜਾਂਦੇ ਹੁੰਦੇ ਸੀ ਨਾ ਘਰਾਂ ਦੇ ਵਿੱਚ ਤੇ ਉੱਥੇ ਸਾਡੇ ਕਈ ਵੀਰ ਹੁੰਦੇ ਸੀ, ਕਹਿ ਦਿੰਦੇ ਸੀ ਕਿ ਭਾਜੀ ਸਾਡੀ ਜਿਹੜੀ ਲੜਕੀ ਦਾ ਵਿਆਹ ਵਾ, ਜਦੋਂ ਅਸੀਂ ਰਾਸ਼ਨ ਵਗੈਰਾ ਦੇਣ ਜਾਂਦੇ ਹੁੰਦੇ ਸੀਗੇ ਤੇ ਉਹ ਕਹਿ ਦਿੰਦੇ ਸੀ ਕਿ ਭਾਜੀ ਸਾਡੀ ਧੀ ਦਾ ਵਿਆਹ ਵਾ, ਹਨਾ, ਤੇ ਤੁਸੀਂ ਸਾਡੀ ਜ਼ਰੂਰ ਮਦਦ ਕਰਿਓ। ਵੀ ਮੇਰਾ ਪਿਓ ਆ ਰਿਕਸ਼ਾ ਚਲਾਉਂਦਾ ਵਾ, ਦਿਹਾੜੀ ਦੱਪਾ ਕਰਦਾ, ਇੰਨਾ ਨਹੀਂ ਕਰ ਸਕਦਾ। ਤੇ ਉਸ ਲੋਕਡਾਊਨ ਦੇ ਵਿੱਚ ਦੇਖੋ ਸਾਡੇ ਕੋਲ ਇੱਕੋ ਹੀ ਆਪਸ਼ਨ ਹੁੰਦੀ ਸੀ ਵੀ ਚਲੋ ਜੀ ਨੋਰਮਲੀ ਸੰਗਤ ਨੂੰ ਜਿਹੜਾ ਆਪਾਂ ਦੇ ਦਈਏ ਰੋਟੀ ਪਾਣੀ ਖਵਾ ਕੇ, ਹਨਾ, ਵੀ ਨੋਰਮਲ ਅਸੀਂ ਰੋਟੀ ਪਾਣੀ ਖਵਾ ਦਾਂਗੇ ਭਾਈ, ਵੀ ਧੀ ਦਾ ਕਾਰਜ ਕਰ ਦਾਂਗੇ, ਹਨਾ। ਪਰ ਲੋਕਡਾਊਨ ਦੇ ਵਿੱਚ ਜਿਹੜਾ ਪਰਮਿਸ਼ਨ ਨਹੀਂ ਸੀ, ਕੋਈ ਜ਼ਿਆਦਾ ਨਹੀਂ ਆ ਸਕਦੇ ਸੀਗੇ ਬਰਾਤ ਦੇ ਵਿੱਚ, ਹਨਾ, ਜਿੱਦਾਂ ਹੁੰਦੀ ਆ। ਤੇ ਉਹ ਫਿਰ ਅਸੀਂ ਕਹਿੰਦੇ ਹੁੰਦੇ ਸੀ ਚਲੋ ਜਿਹੜਾ ਅਸੀਂ ਲੋਕਾਂ ਨੂੰ ਜਿਹੜੀ ਰੋਟੀ ਪਾਣੀ ਖਵਾਉਣਾ ਸੀ ਉਹਦਾ ਹੀ ਅਸੀਂ ਭੈਣਾਂ ਨੂੰ ਜਿਹੜਾ ਉਹ ਸਮਾਨ ਦੇ ਦਈਏ, ਜਿਨ੍ਹਾਂ ਨੂੰ ਲੋਕ ਅੱਜ ਕੱਲ੍ਹ ਕਹਿ ਰਹੇ ਆ ਕਿ ਤੁਸੀਂ ਭਾਈ ਦਾਜ ਦਿੰਦੇ ਹੋ, ਤੁਸੀਂ ਦਾਜ ਨੂੰ ਬੜਾਵਾ ਦਿੰਦੇ ਹੋ। ਮੈਂ ਚਲੋ ਇਸ ਗੱਲ ਤੇ ਮੈਂ ਸੰਗਤ ਅੱਗੇ ਮਾਫੀ ਮੰਗਦਾ, ਕਿਉਂਕਿ ਇੱਕ ਜਾਣੇ ਦੇ ਕਹਿਣ ਦੇ ਨਾਲ ਤਾਂ ਆਪਾਂ ਨਹੀਂ ਏਦਾਂ ਬੰਦ ਕਰਾਂਗੇ ਨਾ। ਸੰਗਤ ਦੇ ਵਿੱਚ ਪਰਮਾਤਮਾ ਦਾ ਵਾਸਾ ਹੁੰਦਾ ਵਾ, ਜਿੱਦਾਂ ਸੰਗਤ ਕਹੂਗੀ ਆਪਾਂ ਉਦਾਂ ਹੀ ਚੱਲਾਂਗੇ। ਜੇ ਸੰਗਤ ਕਹੂਗੀ ਵੀ ਨਹੀਂ ਭਾਈ ਇਹ ਗਲਤ ਗੱਲ ਆ, ਵੀ ਤੁਸੀਂ ਦਾਜ ਦੇ ਰਹੇ ਹੋ, ਤੇ ਆਪਾਂ ਇਹ ਜਿਹੜਾ ਦੇਣਾ ਬੰਦ ਕਰਾਂਗੇ। ਬਾਕੀ ਮੈਂ ਸੰਗਤ ਨੂੰ ਜਿੱਥੋਂ ਤੱਕ ਮੇਰੀ ਸੋਝੀ, ਮੈਂ ਸੰਗਤ ਨੂੰ ਦੱਸ ਦੇਣਾ ਚਾਹੁੰਦਾ ਕਿ ਲੋਕ ਨਾ ਸਾਰੇ ਭੈਣਾਂ ਦੇ ਵਿਆਹ ਕਰਦੇ ਆ। ਕਿਹੜਾ ਵੀਰ ਆ ਜਿਹਦੇ ਘਰੇ ਨਹੀਂ, ਹਨਾ, ਭੈਣ ਹੈਗੀ, ਹਰ ਇੱਕ ਦੇ ਘਰ ਭੈਣ ਆ। ਹਰ ਇੱਕ ਵੱਧ ਤੋਂ ਵੱਧ ਜ਼ੋਰ ਲਾਉਂਦਾ ਵਾ ਵੀ ਮੈਂ ਆਪਣੀ ਭੈਣ ਦਾ ਕਾਰਜ ਵੱਧ ਕੇ ਕਰਾਂ, ਹਨਾ। ਤੇ ਮੈਂ ਇੱਕ ਗੱਲ ਤੁਸੀਂ ਵੀ ਨੋਟ ਕੀਤੀ ਹੋਣੀ ਆ, ਮੈਂ ਵੀ ਨੋਟ ਕੀਤੀ ਆ ਕਿ ਕਈ ਲੋਕ ਵਿਆਹਾਂ 'ਚ ਆਉਂਦੇ ਆ ਸਾਰਾ ਕੁਝ ਖਾ ਕੇ ਤੇ ਮੂੰਹ ਦੇ ਉੱਤੇ ਹੱਥ ਫੇਰ ਕੇ ਤੇ ਇਹ ਵੀ ਗੱਲ ਕਹਿ ਜਾਂਦੇ ਜਾਣ ਲੱਗੇ ਕਿ ਵਿਆਹ ਦੇ ਵਿੱਚ ਫਲਾਨੀ ਚੀਜ਼ ਹੈ ਨਹੀਂ ਸੀਗੀ ਜਾਂ ਫਲਾਨੀ ਚੀਜ਼ ਖਾਣ ਨੂੰ ਨਹੀਂ ਮਿਲੀ। ਭਾਵੇਂ ਸਾਡਾ ਪੂਰਾ ਜ਼ੋਰ ਲੱਗ ਜਾਂਦਾ ਪਰ ਫਿਰ ਵੀ ਲੋਕ ਜਿਹੜਾ ਇਹ ਗੱਲ ਕਹਿ ਜਾਂਦੇ ਆ ਕਿ ਫਲਾਨੀ ਚੀਜ਼ ਹੈ ਨਹੀਂ ਸੀ ਵਿਆਹ ਦੇ ਵਿੱਚ। ਤੇ ਮੈਂ ਚਲੋ ਮੇਰੀ ਇੰਨੀ ਕੁ ਸੋਚੀ ਸੀਗੀ ਕਿਸੇ ਨੂੰ ਖਵਾਉਣ ਦੇ ਨਾਲੋਂ ਉਹੀ ਪੈਸਿਆਂ ਦੇ ਨਾਲ ਭੈਣਾਂ ਨੂੰ ਸਮਾਨ ਦੇ ਦਿੱਤਾ ਜਾਵੇ, ਹਨਾ। ਵਿਚਾਰੀ ਚਲੋ ਆਪਣੇ ਘਰ ਦੇ ਵਿੱਚ ਜਾ ਕੇ ਉਸ ਚੀਜ਼ ਨੂੰ ਜਦੋਂ ਵਰਤੂਗੀ ਤਾਂ ਚਲੋ ਪੋਨੀ ਸੀਸਾਂ ਹੀ ਦਊਗੀ, ਹਨਾ। ਉਹ ਇਹ NRI ਵੀਰਾਂ ਦਾ ਸੀਗਾ ਇਹ ਵੀ, ਚਲੋ ਗੋਲਡੀ ਭਾਜੀ ਦੋ ਤੁਸੀਂ, ਕੋਈ ਗੱਲ ਨਹੀਂ ਅਸੀਂ ਬੈਠੇ ਹਾਂ। ਤੇ ਬਾਕੀ ਇਹਦੇ ਉੱਤੇ ਜਿਹੜੇ ਸਵਾਲ ਖੜੇ ਹੋਏ ਆ ਕਿ ਭਾਜੀ ਤੁਸੀਂ ਜੇ ਦਿੰਦੇ ਹੋ ਤਾਂ ਗਰੀਬ ਪਰਿਵਾਰ ਆ, ਇਹ ਬਿੱਲ ਚਲੋ ਅਸੀਂ ਉਹਨਾਂ ਦੀ ਗੱਲ ਨਾਲ ਵੀ ਮੈਂ ਪਤਾ ਸੰਗਤ ਜੀ ਕਿੱਦਾਂ ਦਾ, ਹਨਾ, ਵੀ ਆਪਾਂ ਕਿਸੇ ਦੀ ਗੱਲ ਨਹੀਂ ਮੋੜਦੇ ਹੈਗੇ। ਜੇ ਉਹਨਾਂ ਨੇ ਕਿਹਾ ਵਾ ਤਾਂ ਹੁਣ ਅਸੀਂ ਅੱਗੇ ਤੋਂ ਜਿਹੜਾ ਇਹ ਫੈਸਲਾ ਲਿਆ ਸੰਗਤ ਦੇ ਨਾਲ ਮਿਲ ਕੇ ਕਿ ਭਾਈ ਜਿਹੜੀਆਂ ਬਿਜਲੀ ਦੇ ਉੱਤੇ ਚੱਲਣ ਵਾਲੀਆਂ ਚੀਜ਼ਾਂ ਨੇ, ਇੱਕ ਵਾਰੀ ਫਿਰ ਮੈਂ ਸਾਰਿਆਂ ਦੇ ਨਾਲ ਇਹਦੇ ਉੱਤੇ ਫੈਸਲਾ ਜਿਹੜਾ ਕਰੂੰਗਾ ਸੰਗਤ ਦੇ ਨਾਲ ਕਿ ਜਿਹੜੀਆਂ ਬਿਜਲੀ ਤੇ ਚੱਲਣ ਵਾਲੀਆਂ ਚੀਜ਼ਾਂ ਨੇ, ਜਿਵੇਂ ਫਰਿੱਜ ਹੋ ਗਈ ਜਾਂ ਕੂਲਰ ਵਗੈਰਾ ਹੋ ਗਿਆ, ਇਹ ਆਪਾਂ ਜਿਹੜਾ ਨਹੀਂ ਦੇਵਾਂਗੇ, ਠੀਕ ਹੈ ਨਾ। ਜੇ ਕਹਿੰਦੇ ਆ ਕਿ ਭਾਈ ਬਿੱਲ ਜ਼ਿਆਦਾ ਆਉਂਦਾ ਤੇ ਆਪਾਂ ਜਿਹੜੀ ਉਹ ਚੀਜ਼ਾਂ ਨਹੀਂ ਦੇਵਾਂਗੇ ਤੇ ਆਪਾਂ ਜਿਹੜਾ ਬਾਕੀ ਜਿਹੜਾ ਹੋਰ ਜਿਹੜਾ ਭੈਣ ਦੇ ਵਰਤੋਂ ਦੇ ਵਿੱਚ ਸਮਾਨ ਜਿਹੜਾ ਆਉਂਦਾ ਵਾ ਆਪਾਂ ਉਹ ਜਿਹੜਾ ਦੇ ਦੇਵਾਂਗੇ। ਤੇ ਮੈਂ ਸੰਗਤ ਨੂੰ ਜਿਹੜਾ ਇਹ ਵੀ ਵਾ ਕਿ 10 ਪਰਿਵਾਰਾਂ ਨੂੰ ਹੁਣ ਤੱਕ ਅਸੀਂ ਜਿਹੜਾ ਸਮਾਨ ਦਿੱਤਾ ਵਾ ਭੈਣਾਂ ਨੂੰ, 10 ਭੈਣਾਂ ਨੂੰ, 10 ਘਰ ਨੇ ਜਿੱਥੇ ਅਸੀਂ ਜਾ ਕੇ ਭੈਣਾਂ ਨੂੰ ਸਮਾਨ ਦਿੱਤਾ ਤੇ ਉਹ ਜਿਹੜੀ ਉਹਦੀ ਅਮਾਊਂਟ ਆ ਉਹ 10 ਲੱਖ ਦੇ ਕਰੀਬ ਆ। ਲੱਖ ਰੁਪਏ ਦਾ ਸੰਗਤ ਜੀ ਜਿਹੜਾ ਸਮਾਨ ਆਉਂਦਾ ਵਾ, ਹਨਾ, ਜਿਹੜਾ ਸਾਰਾ ਵਿੱਚ ਪਾ ਕੇ। ਕਿਉਂਕਿ ਜਿੱਥੋਂ ਵੀ ਅਸੀਂ ਖਰੀਦ ਕਰਦੇ ਆ ਤੇ ਉੱਥੇ ਅਸੀਂ ਬੇਨਤੀ ਕਰ ਦਿੰਦੇ ਹੁੰਦੇ ਸੀ ਕਿ ਭਾਈ ਭੈਣ ਨੂੰ ਦਾਨ ਹੀ ਦੇਣਾ ਵਾ ਅਸੀਂ ਤਾਂ, ਹਨਾ, ਵੀ ਸਮਾਨ ਦੇਣਾ ਵਾ। ਤੇ ਉਹ ਬਹੁਤ ਘੱਟ ਰੇਟ ਦੇ ਉੱਤੇ ਜਿਹੜੀ ਸਾਨੂੰ ਅਮਾਊਂਟ ਕਹਿੰਦੇ ਹੁੰਦੇ ਸੀਗੇ ਕਿ ਚਲੋ ਤੁਸੀਂ ਅੱਗੇ ਦਾਨ ਹੀ ਕਰਨਾ ਵਾ। ਤੇ ਉਹ 10 ਲੱਖ ਦਾ ਸਮਾਨ 10 ਪਰਿਵਾਰਾਂ ਨੂੰ ਹੁਣ ਤੱਕ ਅਸੀਂ ਦਿੱਤਾ ਵਾ।
ਤੇ ਉਸ ਤੋਂ ਬਾਅਦ ਮੈਂ ਸੰਗਤ ਜੀ ਨੂੰ ਦੱਸ ਦੇਣਾ ਚਾਹੁੰਦਾ ਕਿ ਬਾਕੀ ਜਿਹੜੇ ਮੇਰੇ ਵੀਰ, ਜਿਹੜੀਆਂ ਸਾਡੀਆਂ ਬਜ਼ੁਰਗ ਮਾਵਾਂ ਸੀਗੀਆਂ ਤੇ ਉਹ ਜਿਹੜੀਆਂ ਘਰਾਂ ਦੇ ਵਿੱਚ ਬੈਠੀਆਂ ਸੀ ਲੋਕਡਾਊਨ ਦੇ ਦੌਰਾਨ, ਉਹਨਾਂ ਨੂੰ ਵੀ ਅਸੀਂ ਘਰ ਘਰ ਜਾ ਕੇ, ਜ਼ਿਆਦਾ ਤਾਂ ਨਹੀਂ, 5-5 10-10 ਹਜ਼ਾਰ ਜਿੰਨਾ ਸਾਡੇ ਕੋਲੋਂ ਸਰਿਆ ਅਸੀਂ ਉਹਨਾਂ ਨੂੰ ਜਾ ਕੇ ਉਹਨਾਂ ਨੂੰ ਦਿੱਤਾ ਵਾ। ਤੇ ਉਸ ਤੋਂ ਬਾਅਦ ਜਿਹੜੇ ਅਸੀਂ 4 ਆਪਰੇਸ਼ਨ ਕਰਵਾ ਕੇ ਦਿੱਤੇ ਆ ਪੱਥਰੀਆਂ ਦੇ, ਠੀਕ ਆ ਜੀ। ਤੇ ਉਸ ਤੋਂ ਬਾਅਦ ਭੈਣਾਂ ਦੇ ਵਿਆਹਾਂ ਦੇ ਉੱਤੇ ਪਹਿਲਾਂ ਚਲੋ ਸਮਾਨ ਨਹੀਂ ਸੀ ਦਿੰਦੇ ਹੈਗੇ, ਤੇ ਉਹਨਾਂ ਨੂੰ ਉੱਦਾਂ ਕਿਸੇ ਨੂੰ 20,000 ਦੇ ਦਿੰਦੇ ਸੀ, ਕਿਸੇ ਨੂੰ 25,000 ਰੁਪਇਆ ਦੇ ਦਿੰਦੇ ਸੀ। ਤੇ ਉਹਦੀ ਜਿਹੜੀ ਅਮਾਊਂਟ ਬਣੀ ਆ ਜਿਹੜੀ ਉਹ 5 ਲੱਖ ਰੁਪਇਆ ਬਣੀ ਆ, ਠੀਕ ਆ ਜੀ। ਤੇ ਉਸ ਤੋਂ ਬਾਅਦ ਮੈਂ ਸੰਗਤ ਨੂੰ ਦੱਸ ਦੇਣਾ ਚਾਹੁੰਦਾ ਕਿ ਸਾਡੇ ਪਿੱਛੇ ਜੇ ਇੱਥੇ ਹਵਾਸ ਪਿੰਡ ਕੋਲੇ, ਹਵਾਸ ਪਿੰਡ ਇੱਕ ਝੁੱਗੀਆਂ ਸੀ, 40-50 ਝੁੱਗੀਆਂ ਸੀਗੀਆਂ, ਜਿਹੜੀਆਂ ਸਾਰਿਆਂ ਨੇ ਵੀਡੀਓ ਤੁਸੀਂ ਸੰਗਤ ਜੀ ਦੇਖੀ ਆ। ਤੇ ਉੱਥੇ ਵੀ ਜਿਹੜਾ ਅੱਗ ਲੱਗਣ ਕਰਕੇ ਕਾਫੀ ਜ਼ਿਆਦਾ ਝੁੱਗੀਆਂ ਦਾ ਜਿਹੜਾ ਨੁਕਸਾਨ ਹੋ ਗਿਆ ਸੀਗਾ। ਤੇ ਉੱਥੇ ਗੁਰੂ ਪਿਆਰੀ ਸਾਧ ਸੰਗਤ ਜੀ, ਤੁਹਾਡੇ NRI ਵੀਰਾਂ ਦੇ ਸਹਿਯੋਗ ਨਾਲ, ਦੇਖੋ ਮੈਂ NRI ਵੀਰਾਂ ਦਾ ਤਾਂ ਮੈਂ ਕਹਿੰਦਾ ਕਿ ਸਾਰੀ ਜ਼ਿੰਦਗੀ ਵੀ ਮੈਂ ਕਹਾਂ ਕਿ ਮੈਂ ਆਸਾਨ ਨਹੀਂ ਦੇ ਸਕਦਾ, ਜਿੰਨਾ ਉਹਨਾਂ ਨੇ ਸੇਵਾ ਦੇ ਵਿੱਚ ਇੰਨਾ ਵੱਡਾ ਯੋਗਦਾਨ ਪਾਇਆ। ਤੇ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਉੱਥੇ 1,95,000 ਰੁਪਏ ਦਾ ਜਿਹੜਾ ਸਮਾਨ ਅਸੀਂ ਉਹਨਾਂ ਦੇ ਦੁਬਾਰਾ ਝੁੱਗੀਆਂ ਆਪ ਨਾਲ ਜਾ ਕੇ ਮਿਹਨਤ ਕੀਤੀ ਹੈ ਨਾ, ਅਫਸਰਾਂ ਦਾ ਹੁਕਮ ਸੀ ਸਾਡੇ ਪੁਲਿਸ ਕਮਿਸ਼ਨਰ ਸਾਹਿਬ ਦਾ, ਤੇ ਆਪ ਜਾ ਕੇ ਮਿਹਨਤ ਕੀਤੀ, ਝੁੱਗੀਆਂ ਬਣਾਈਆਂ। ਤੇ ਉਹਨਾਂ ਦੇ ਜੋ ਵੀ ਉਹਨਾਂ ਦਾ ਜਿਹੜਾ ਵੀ ਜਿੰਨਾ ਵੀ ਸਮਾਨ ਸੜਿਆ ਸੀ, 40-50 ਝੁੱਗੀਆਂ ਦਾ ਜਿੰਨਾ ਸਮਾਨ ਸੜਿਆ ਸੀਗਾ, ਜਿਹੜਾ ਉਹਨਾਂ ਨੂੰ ਨਵਾਂ ਲੈ ਕੇ ਦਿੱਤਾ ਸਾਰਾ। ਤੇ ਉਸ ਤੋਂ ਬਾਅਦ ਸੰਗਤ ਜੀ ਸਾਡੇ ਕੋਲ ਜਿਹੜੀ ਸੇਵਾ ਆਈ ਆ, ਮੈਂ ਤੁਹਾਨੂੰ ਸਾਰਾ ਕੁਝ ਤੁਹਾਨੂੰ ਮੈਂ ਦੱਸ ਦਿੱਤਾ ਵਾ। ਤੇ ਸਾਡੀ ਕੋਈ NGO ਰਜਿਸਟਰ ਨਹੀਂ, ਠੀਕ ਹੈ ਨਾ ਜੀ, ਮੈਂ ਤੁਹਾਨੂੰ ਦੱਸ ਦੇਵਾਂ। ਤੇ ਇਹ ਸੰਗਤ ਜੀ ਸਾਰਾ ਜਿਹੜਾ ਟੋਟਲ ਮਿਲਾ ਕੇ 1,52 ਲੱਖ ਰੁਪਇਆ ਬਣਦਾ ਵਾ। ਇੰਨੀ ਕੁ ਸਾਡੇ ਕੋਲ ਸੇਵਾ ਜਿਹੜੀ ਸੰਗਤ ਨੇ ਕੀਤੀ ਆ, ਤੇ ਅਸੀਂ ਤੁਹਾਡੇ ਸਾਹਮਣੇ ਜਿਹੜੀ ਉਹ ਰੱਖ ਦਿੱਤੀ ਆ। ਤੇ ਉਸ ਤੋਂ ਬਾਅਦ ਬਾਕੀ ਮੈਂ ਵੀਰਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਬੜਾ ਮਾੜਾ ਚੰਗਾ ਬੋਲਿਆ ਗਿਆ ਨਾ, ਫਿਰ ਮੈਨੂੰ ਕਿਸੇ ਦੇ ਨਾਲ ਕੋਈ ਗੁੱਸਾ ਗਿਲਾ ਨਹੀਂ ਹੈਗਾ। ਤੇ ਬਾਕੀ ਕਹਿੰਦੇ ਸੀ ਰਹਿ ਗਈ ਗੱਲ ਹਿਸਾਬ ਕਿਤਾਬ ਦੀ ਕਿ ਤੁਸੀਂ ਨੋਟ ਨਹੀਂ ਕੀਤਾ, ਮੈਂ ਸੰਗਤ ਜੀ ਤੁਹਾਨੂੰ ਦੱਸ ਦੇਵਾਂ ਕਿ 20 ਅਪ੍ਰੈਲ ਠੀਕ ਆ, 20 ਅਪ੍ਰੈਲ 2019 ਤੋਂ ਲੈ ਕੇ ਹੁਣ ਤੱਕ ਰੁਪਈਆ ਸੰਗਤ ਜੀ, ਰੁਪਈਆ ਕਿਹੜੇ ਵੀਰ ਨੇ ਕਿਹੜੀ ਡੇਟ ਨੂੰ, ਆਹ ਦੇਖ ਲਓ, ਨੋਟ ਕਰ ਸਕਦੇ ਹੋ ਤੁਸੀਂ ਵੀ ਕਿਹੜੀ ਡੇਟ ਨੂੰ। ਚਲੋ ਇਹ ਤਾਂ ਕਹਿੰਦੇ ਵੀ ਕਾਗਜ਼, ਕਈਆਂ ਨੇ ਕਹਿਣਾ ਕਿ ਕਾਗਜ਼ ਕਾਲੇ ਕਰਕੇ ਤੇ ਹੁਣ ਸਾਹਮਣੇ ਆ ਗਏ ਹਨ। ਤੇ ਪਰ ਮੈਂ ਦੱਸ ਦੇਵਾਂ ਕਿ ਆਹ ਦੇਖ ਲਓ ਤੁਸੀਂ, ਮੈਂ ਤੁਹਾਨੂੰ ਦੱਸਦਾ ਕਿਹੜੀਆਂ ਡੇਟਾਂ ਨੂੰ ਕਿੰਨੀ ਅਮਾਊਂਟ ਭੇਜੀ ਆ। ਮੇਰੇ ਕੋਲ ਰੁਪਈਆ ਸੰਗਤ ਜੀ ਲਿਖਿਆ ਹੋਇਆ, ਕਿਉਂਕਿ ਮੈਨੂੰ ਪਤਾ ਸੀਗਾ ਵੀ ਜਿਹੜਾ ਲਾਸਟ ਤੇ ਆਣ ਕੇ ਨਾ ਜਦੋਂ ਬੰਦਾ ਏਦਾਂ ਕਰਦਾ, ਰੁਪਈਆ ਸੰਗਤ ਜੀ ਸਾਰਾ ਲਿਖਿਆ ਹੋਇਆ ਵਾ। ਤੇ ਇਹ ਜਿਹੜਾ ਮੁੱਦਾ ਮੇਨ ਮੈਂ ਤੁਹਾਨੂੰ ਦੱਸ ਦੇਵਾਂ ਕਿ ਸਭ ਤੋਂ ਪਹਿਲਾਂ ਜਿਹੜਾ ਚੱਕਿਆ ਸੀਗਾ SHO ਸਾਹਿਬ ਕ੍ਰਿਸ਼ਨ ਲਾਲ ਜੀ ਹੋਣਾ ਨੇ, ਹਨਾ। ਤੇ ਮੈਂ ਚਲੋ ਉਹ ਮੇਰੇ ਅਫਸਰ ਰਹਿ ਚੁੱਕੇ ਆ ਮੇਰੇ ਮਹਿਕਮੇ ਦੇ, ਹਨਾ। ਮੈਂ ਉਹਨਾਂ ਦੀ ਬੜੀ ਇੱਜ਼ਤ ਕਰਦਾ ਵਾਂ, ਹਨਾ, ਤੇ ਹਮੇਸ਼ਾ ਕਰਦਾ ਵੀ ਰਹੂੰਗਾ, ਆਉਣ ਵਾਲੇ ਸਮੇਂ ਦੇ ਵਿੱਚ ਕਰਦਾ ਵੀ ਰਹੂੰਗਾ। ਤੇ ਮੈਂ ਕੋਈ ਉਹਨਾਂ ਨੂੰ ਚੈਲੰਜ ਨਹੀਂ ਕਰਦਾ, ਇਹ ਨਹੀਂ ਵੀ ਮੈਂ ਉਹਨਾਂ ਨੂੰ ਕੋਈ ਚੈਲੰਜ ਕਰ ਰਿਹਾ ਵਾਂ, ਹਨਾ, ਵੀ ਉਹਨਾਂ ਨੂੰ ਨੀਵਾਂ ਦਿਖਾਉਣ ਲਈ ਇਹ ਗੱਲ ਕਹਿ ਰਿਹਾ ਵਾਂ। ਪਰ ਮੈਂ ਉਹਨਾਂ ਨੂੰ ਅੱਗੇ ਬੇਨਤੀ ਕਰੂੰਗਾ ਕਿ ਚਲੋ ਤੁਸੀਂ ਮਾੜਾ ਚੰਗਾ ਬੋਲਿਆ, ਹਨਾ, ਬੜੇ ਮੰਦੇ ਸ਼ਬਦ ਵੀ ਬੋਲੇ, ਤੇ ਆਪਾਂ ਨੂੰ ਉਸ ਚੀਜ਼ ਨਾਲ ਕੋਈ ਗੁੱਸਾ ਗਿਲਾ ਨਹੀਂ, ਕੋਈ ਗੱਲ ਨਹੀਂ, ਤੁਸੀਂ ਬੋਲ ਲਿਆ, ਵੱਡੇ ਹੋ, ਕੋਈ ਗੱਲ ਨਹੀਂ। ਤੇ ਪਰ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਭਾਜੀ ਪਲੀਜ਼, ਤੁਸੀਂ ਜਿੱਥੇ ਕਹੋਗੇ, ਜਦੋਂ ਕਹੋਗੇ, ਮੈਂ ਆਪਣਾ ਸਾਰਾ ਹਿਸਾਬ ਕਿਤਾਬ ਲੈ ਕੇ ਤੁਹਾਡੇ ਕੋਲ ਆਉਣ ਲਈ ਤਿਆਰ ਹਾਂ। ਤੇ ਅੱਜ ਜਿਹੜੀ ਮੈਂ ਇੱਕ ਵੀਡੀਓ ਤੁਹਾਡੀ ਦੇਖੀ ਆ ਕ੍ਰਿਸ਼ਨ ਲਾਲ ਜੀ, ਮੈਨੂੰ ਉਹ ਦੇਖ ਕੇ ਬੜਾ ਮੈਨੂੰ ਦੁੱਖ ਲੱਗਿਆ ਕਿ ਤੁਸੀਂ ਸਾਡੇ ਪਰਿਵਾਰ ਬਾਰੇ ਕਿੰਨਾ ਮਾੜਾ ਚੰਗਾ ਬੋਲੇ ਹੋ। ਦੇਖੋ, ਜੇ ਮੇਰੇ 'ਚ ਨਿਮਰਤਾ ਵਾ, ਮੈਂ ਤੁਹਾਨੂੰ ਕੁਝ ਕਹਿੰਦਾ ਨਹੀਂ ਗਾ, ਬੋਲਿਆ ਨਹੀਂ, ਤੁਹਾਡੇ ਸ਼ਾਨ ਦੇ ਖਿਲਾਫ ਇੱਕ ਸ਼ਬਦ ਨਹੀਂ ਤੁਹਾਨੂੰ ਪਤਾ ਉਦੋਂ ਦਾ ਮੈਂ ਬੋਲਿਆ, ਹਨਾ। ਤੇ ਇਹਦਾ ਮਤਲਬ ਇਹ ਨਹੀਂ ਕਿ ਹੁਣ ਤੁਸੀਂ ਮੇਰੇ ਪਰਿਵਾਰ ਬਾਰੇ ਜਾਂ ਮੇਰੇ ਘਰ ਬਾਰੇ ਤੁਸੀਂ ਮਾੜਾ ਚੰਗਾ ਬੋਲੋ, ਹਨਾ। ਦੇਖੋ, ਹਰ ਇੱਕ ਇਨਸਾਨ ਦਾ ਕਹਿੰਦੇ ਹੁੰਦੇ ਨਾ ਕਿ ਮੇਰਾ ਤੁਸੀਂ ਹੁਣ ਇਮਤਿਹਾਨ ਨਾ ਲਓ,
है ना। मैं ਤੁਹਾਡੀ ਬੜੀ ਰਿਸਪੈਕਟ ਕਰਦਾ ਵਾਂ, ਮੈਂ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਕਰਦਾ ਕਿ ਇਹ ਹਿਸਾਬ ਸੀ, ਤੁਸੀਂ ਹਿਸਾਬ ਦੀ ਗੱਲ ਕੀਤੀ, ਤੁਸੀਂ ਇਹੀ ਗੱਲ ਕਿਹਾ ਸੀ ਵੀ NRI ਵੀਰਾਂ ਦਾ ਤੁਸੀਂ ਗਏ ਹੋ। ਮੈਂ ਕਹਿੰਦਾ ਮੈਂ ਹੁਣ ਕੀ ਬੋਲਾਂ ਭਾਜੀ, ਜੇ 1 ਰੁਪਈਆ ਵੀ ਇੱਧਰ ਉੱਧਰ ਹੋ ਗਿਆ ਨਾ ਤੇ ਮੈਂ ਤੁਹਾਡੇ ਉੱਥੇ ਪੈਰਾਂ 'ਚ ਬਹਿ ਜਾਊਂਗਾ। ਤੁਸੀਂ ਮੈਂ ਸਾਰੇ ਆਪਣੀ ਟੀਮ ਦੇ ਅਕਾਊਂਟ, ਮੈਂ ਆਪਣੇ ਸਾਰੇ ਪਰਿਵਾਰ ਦੇ ਅਕਾਊਂਟ, ਠੀਕ ਆ, ਵਿਦ ਆ ਜਿਹੜੇ ਵੀਰਾਂ ਨੇ ਸਾਨੂੰ ਸੇਵਾ ਭੇਜੀ ਆ, ਆ ਸਾਰਾ ਕੁਝ ਲੈ ਕੇ ਮੈਨੂੰ ਇੱਕ ਸਮਾਂ ਦੱਸ ਦਿਓ, ਇੱਕ ਤਰੀਕ ਦੱਸ ਦਿਓ, ਇੱਕ ਜਗ੍ਹਾ ਦੱਸ ਦਿਓ, ਮੈਂ ਇਕੱਲਾ ਆਊਂਗਾ, ਠੀਕ ਹੈ ਨਾ। ਤੇ ਮੈਂ ਇਹ ਨਹੀਂ, ਮੈਂ ਤੁਹਾਨੂੰ ਨੀਵਾਂ ਦਿਖਾਉਣ ਲਈ ਨਹੀਂ ਇਹ ਗੱਲ ਕਹਿ ਰਿਹਾ, ਪਰ ਦੁਨੀਆ ਅੱਗੇ ਸੱਚ ਲਿਆਉਣਾ ਬਹੁਤ ਜ਼ਰੂਰੀ ਆ। ਮੈਂ ਪਹਿਲੇ ਦਿਨ ਤੋਂ ਹੀ ਸੰਗਤ ਨੂੰ ਇਹੀ ਕਹਿੰਦਾ ਰਿਹਾ ਕਿ ਮੇਰੇ ਕੋਲ ਇਕੱਲਾ ਰੁਪਈਆ ਸੰਗਤ ਜੀ ਸਾਰਿਆਂ ਦਾ ਲਿਖਿਆ ਪਿਆ ਵਾ, ਤੇ ਕੋਈ ਗੱਲ ਨਹੀਂ, ਇਹਨਾਂ ਨੂੰ ਜੇ ਮਾੜਾ ਚੰਗਾ ਬੋਲਦੇ ਆ ਤਾਂ ਬੋਲ ਲੈਣ ਦਿਓ। ਮਹੀਨਾ ਹੋ ਗਿਆ, 1.5 ਮਹੀਨਾ ਹੋ ਗਿਆ, ਸਾਰੇ ਬੋਲ ਬਾਲ ਕੇ ਜਿੱਥੋਂ ਤੱਕ ਕਿਸੇ ਦੀ ਵਾਹ ਲੱਗੀ ਹਰ ਕੋਈ ਬੋਲਿਆ, ਚਲੋ ਕੋਈ ਗੱਲ ਨਹੀਂ, ਪਰਮਾਤਮਾ ਵੇਖਦਾ, ਵਾਹਿਗੁਰੂ ਵੇਖਦਾ, ਹਰ ਇੱਕ ਨੇ ਆਪਣਾ ਜ਼ੋਰ ਲਾਇਆ। ਤੇ ਪਰ ਲਾਸਟ ਤੇ ਹੁਣ ਕੀ ਨਿਕਲਿਆ, ਹਟ ਕੇ ਸਾਰੇ ਬੈਠ ਗਏ। ਹੋਰ ਵੀ ਕੋਈ ਮੇਰਾ ਵੀਰ ਜੇ ਕੋਈ ਰਹਿੰਦਾ ਨਾ ਤੇ ਉਹ ਵੀ ਮਾੜਾ ਚੰਗਾ ਬੋਲ ਲਓ, ਕੋਈ ਗੱਲ ਨਹੀਂ। ਤੇ ਬਾਕੀ ਰਹਿ ਗਈ ਗੱਲ ਹਿਸਾਬ ਦੀ ਤੇ ਘਰਾਂ ਦੀ, ਤੁਹਾਨੂੰ ਹਿਸਾਬ ਵੀ ਮੈਂ ਰੁਪਈਆ ਦੇਣਾ, ਤੇ ਮੈਂ ਤੁਹਾਨੂੰ ਆਪਣੇ ਨਾਲ ਲੈ ਕੇ ਜਾਣਾ ਘਰਾਂ ਦੇ ਵਿੱਚ, ਜਿਹੜੇ ਘਰ ਬਣਾਏ ਆ, ਤੇ ਉਹ ਅਮਾਊਂਟ ਤੁਸੀਂ ਸੈੱਟ ਕਰਨੀ ਆ ਵੀ ਇਸ ਘਰ ਦੇ ਉੱਤੇ ਇੰਨੇ ਲੱਗੇ ਗੋਲਡੀ, ਠੀਕ ਹੈ ਨਾ, ਵੀ ਇੰਨੇ ਲੱਗੇ, ਇੰਨੇ ਤੋਂ ਵੱਧ ਦੱਸ ਰਿਹਾ। ਤੇ ਉਹ ਜਿਹੜੇ ਵਧਣਗੇ ਉਹ ਮੈਂ ਆਪਣਾ, ਚਾਹੇ ਮੈਨੂੰ ਆਪਣਾ ਘਰ ਵੇਚ ਕੇ ਨਾ ਲਾਉਣੇ ਪੈਣ, ਉਹ ਮੈਂ ਲਾਉਂਗਾ, ਠੀਕ ਹੈ ਨਾ। ਇੱਦਾਂ ਤੇ ਕਦੇ ਨਹੀਂ ਹੋ ਸਕਦੇ ਉੱਤੇ 1.5 ਲੱਖ ਰੁਪਈਆ ਕਹਿ ਦੂੰਗਾ, ਇੱਦਾਂ ਤਾਂ ਨਹੀਂ ਹੋਊਗਾ ਨਾ। ਤੁਸੀਂ ਆਪ ਹੀ ਅਮਾਊਂਟ ਸੈੱਟ ਕਰਨੀ ਆ, ਪਰ ਇਸ ਕੰਮ ਲਈ SHO ਸਾਹਿਬ ਤੁਹਾਨੂੰ ਜ਼ਰੂਰ ਆਉਣਾ ਪੈਣਾ ਵਾ, ਠੀਕ ਹੈ ਨਾ, ਕਿਉਂਕਿ ਆਪਾਂ ਸੱਚ ਜਿਹੜਾ ਦੁਨੀਆ ਦੇ ਸਾਹਮਣੇ ਰੱਖਣਾ। ਤੁਸੀਂ ਸਾਨੂੰ ਬੜਾ ਮਾੜਾ ਚੰਗਾ ਬੋਲਿਆ, ਬੜਾ ਕੁਛ ਕਿਹਾ, ਹੈ ਨਾ, ਆਪਾਂ ਨੂੰ ਇਸ ਚੀਜ਼ ਦਾ ਚਲੋ ਗੁੱਸਾ ਨਹੀਂ ਹੈਗਾ, ਤੇ ਵਾਹਿਗੁਰੂ ਮਿਹਰ ਕਰੇ। ਤੇ ਬਾਕੀ ਮੈਂ ਸੰਗਤ ਨੂੰ ਦੱਸ ਦੇਣਾ ਚਾਹੁੰਦਾ ਕਿ ਖਾਲਸਾ ਏਡ, ਜਿਨ੍ਹਾਂ ਨੂੰ ਤੁਸੀਂ ਸਾਰੇ ਪੂਰੇ ਵਰਲਡ ਲੈਵਲ ਤੇ ਸਾਰੇ ਜਾਣਦੇ ਹਨ, ਤੇ ਅਸੀਂ ਤੇ ਉਹਨਾਂ ਦੇ ਚਰਨਾਂ ਦੀ ਧੂੜ ਵੀ ਨਹੀਂ, ਰਵੀ ਸਿੰਘ ਖਾਲਸਾ ਜੀ ਦਾ ਅਸੀਂ ਧੰਨਵਾਦ ਕਰਦੇ ਹਾਂ ਨਾ। ਤੇ ਉਹਨਾਂ ਨੇ ਸਾਡੇ ਲਈ ਬੋਲਿਆ ਸੀਗਾ, ਤੇ ਉਹਨਾਂ ਲਈ ਮੈਂ ਤਹਿ ਦਿਲੋਂ ਧੰਨਵਾਦ ਕਰਦਾ। ਤੇ ਮਿੰਟੂ ਭਾਜੀ ਉਹਨਾਂ ਨੇ ਵੀ ਜਦੋਂ ਸ਼ੁਰੂਆਤ 'ਚ ਬੋਲਣ ਲੱਗੇ ਸੀ ਤੇ ਉਹਨਾਂ ਨੇ ਇੱਕੋ ਹੀ ਗੱਲ ਸਮਝਾਈ ਸੀਗੀ ਕਿ ਜੇ ਤੁਸੀਂ ਇਹਨਾਂ ਦੇ ਗੱਲਾਂ ਦੇ ਜਵਾਬ ਦੋਗੇ ਜਾਂ ਕੁਝ ਬੋਲੋਗੇ ਤਾਂ ਉੱਥੇ ਤੁਸੀਂ ਜਿਹੜਾ ਕੰਟਰੋਵਰਸੀ ਦੇ ਵਿੱਚ ਫਸ ਕੇ ਰਹਿ ਜਾਓਗੇ, ਹੈ ਨਾ। ਪਰ ਮੈਂ ਚੁੱਪ ਰਿਹਾ, ਪਰ ਕਈ ਲੋਕਾਂ ਨੇ ਮੇਰੀ ਚੁੱਪ ਦਾ ਨਜਾਇਜ਼ ਫਾਇਦਾ ਵੀ ਉਠਾਇਆ ਕਿ ਪਤਾ ਨਹੀਂ ਕਿਉਂ ਲੁਕ ਗਿਆ ਵਾ, ਇਹ ਭੱਜ ਗਿਆ ਵਾ, ਇਹ ਗੱਲਬਾਤ ਨਹੀਂ ਕਰਦਾ। ਪਰ ਮੈਂ ਹਰੇਕ ਮੇਰੀ ਵੀਡੀਓ ਦੇ ਵਿੱਚ ਇਹੀ ਹੁੰਦਾ ਸੀਗਾ ਕਿ ਤੁਸੀਂ ਯਕੀਨ ਕਰੋ, ਮੇਰੇ 'ਤੇ ਵਿਸ਼ਵਾਸ ਕਰੋ, ਮੈਂ ਤੁਹਾਡੀ ਕਦੇ ਪਿੱਠ ਨਹੀਂ ਲੱਗਣ ਦਊਂਗਾ, ਠੀਕ ਹੈ ਨਾ। ਤੇ ਜਿੱਥੇ ਤੁਸੀਂ ਮੈਨੂੰ ਕਹੋਗੇ ਮੈਂ ਉੱਥੇ ਹੀ ਆਪਣਾ ਸਾਰਾ ਕੁਝ ਲੈ ਕੇ ਤੁਹਾਡੇ ਨਾਲ ਬੈਠਣ ਲਈ ਤਿਆਰ ਹਾਂ। ਤੇ ਬਾਕੀ ਗੱਲ ਇੱਕ ਲਾਸਟ ਤੇ ਮੈਂ ਜਿਹੜੀ ਇਹ ਗੱਲ ਸੰਗਤ ਨੂੰ ਦੱਸ ਦੇਣਾ ਚਾਹੁੰਦਾ ਵਾਂ ਕਿ ਦੇਖੋ, ਪਿਆਰ ਮੇਰਾ ਜਿੰਨੇ ਵੀ ਸਮਾਜ ਸੇਵੀ ਆ ਸਾਰਿਆਂ ਨਾਲ ਮੇਰਾ ਬਹੁਤ ਪਿਆਰ ਆ। ਮੈਂ ਕਿ ਇਨਸਾਨ ਹੀ ਇੱਦਾਂ ਦਾ, ਮੈਂ ਕਿ ਹਰ ਇੱਕ ਨੂੰ ਬਹੁਤ ਪਿਆਰ ਕਰਦਾ। ਹੁਣ ਤੁਸੀਂ ਦੇਖ ਲਿਓ ਕਿੰਨਿਆਂ ਨੇ ਮੈਨੂੰ ਮਾੜਾ ਚੰਗਾ ਬੋਲਿਆ, ਪਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਨਾਲ ਹੀ ਤੁਸੀਂ ਮੈਨੂੰ ਦੇਖੋਗੇ ਤੇ ਹੱਸਦੇ ਖੇਡਦੇ ਦੇਖੋਗੇ, ਕਿਉਂਕਿ ਮੈਂ ਹਮੇਸ਼ਾ ਹੱਸਦਾ ਖੇਡਦਾ ਰਹਿੰਦਾ ਵਾਂ। ਤੇ ਬਾਕੀ ਇੱਕ ਗੱਲ ਇਹ ਵੀ ਆ ਕਿ ਬਾਈ ਇਹਨਾਂ ਨੇ ਸਾਨੂੰ ਧਮਕੀਆਂ ਦਵਾਈਆਂ ਨੇ, ਸਾਨੂੰ ਇਹ ਕੀਤਾ। ਯਾਰ ਭਾਜੀ, ਮੈਂ ਤੁਹਾਡੇ ਸਾਹਮਣੇ ਆਣ ਕੇ ਜਾਂ ਕਿਸੇ ਦੇ ਸਾਹਮਣੇ ਆਣ ਕੇ ਕਿਸੇ ਨੂੰ ਮਾੜਾ ਚੰਗਾ ਤਾਂ ਬੋਲ ਨਹੀਂ ਸਕਦਾ, ਹੈ ਨਾ। ਤੇ ਧਮਕੀਆਂ ਮੈਂ ਕਿੱਥੋਂ ਦਵਾ ਦੂੰਗਾ ਯਾਰ। ਆਪਣੇ ਦਿਲ ਦੇ ਉੱਤੇ ਹੱਥ ਰੱਖ ਕੇ ਇੱਕ ਵਾਰੀ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿ ਦਿਓ ਕਿ ਗੋਲਡੀ ਇੱਦਾਂ ਦਾ ਇਨਸਾਨ ਆ, ਕਿਸੇ ਨੂੰ ਧਮਕੀ ਦਵਾ ਸਕਦਾ। ਇੱਦਾਂ ਦਾ ਮੈਂ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ, ਨਾ ਤਾਂ ਮੈਂ ਕਿਸੇ ਨੂੰ ਧਮਕੀ ਦਵਾਈ ਆ, ਠੀਕ ਆ ਨਾ। ਇਨਸਾਨ ਦੀ ਜ਼ਿੰਦਗੀ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਤੇ ਆਪਣੇ ਮਾਂ ਪਿਓ ਤੋਂ ਵੱਧ ਕੇ ਕੁਛ ਨਹੀਂ ਹੁੰਦਾ, ਠੀਕ ਹੈ ਨਾ। ਮੈਂ ਆਪਣੇ ਮਾਂ ਪਿਓ ਦੀ ਵੀ ਸਹੁੰ ਖਾ ਕੇ ਕਹਿ ਦਿੰਦਾ, ਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਵੀ ਹਾਜ਼ਰ ਨਾਜ਼ਰ ਜਾਣ ਕੇ ਵੀ ਕਹਿ ਦਿੰਦਾ ਕਿ ਮੈਂ ਨਾ ਤਾਂ ਕਿਸੇ ਨੂੰ ਇਹ ਕਿਹਾ ਕਿ ਭਾਈ ਉਹਦੇ ਖਿਲਾਫ ਬੈਡ ਕਮੈਂਟ ਕਰੋ ਜਾਂ ਉਹਦੇ ਪਰਿਵਾਰ ਬਾਰੇ ਗਲਤ ਬੋਲੋ, ਠੀਕ ਹੈ ਨਾ, ਜਾਂ ਕਿਸੇ ਨੂੰ ਕੋਈ ਧਮਕੀ ਦਵਾਈ ਹੋਵੇ, ਇੱਦਾਂ ਦਾ ਨਾ ਤੇ ਆਪਣੇ ਖੂਨ ਦੇ ਵਿੱਚ ਹੈਗਾ ਤੇ ਨਾ ਆਪਾਂ ਕਦੇ ਕੀਤਾ ਇੱਦਾਂ ਦਾ ਕੁਛ ਵੀ। ਬਾਕੀ ਲਾਸਟ ਤੇ ਮੈਂ ਇਹੀ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਪਹਿਲਾਂ ਵੀ ਮੈਂ ਕਰ ਚੁੱਕਿਆ ਕਿ ਮੇਰਾ ਪਿਆਰ ਜਿਹੜਾ ਜਿੰਨੇ ਵੀ ਸਾਡੇ ਨਾਲ ਜਿੰਨੇ ਜੁੜੇ ਹੋਏ ਨੇ ਸਮਾਜ ਸੇਵੀ ਸਾਰਿਆਂ ਦੇ ਨਾਲ ਹੈਗਾ ਵਾ। ਤੇ ਬਾਕੀ ਜਿਹੜਾ ਇਹ ਮੁੱਦੇ ਦੇ ਉੱਤੇ ਮੈਂ ਆਵਾਂ ਕਿ ਮਨਦੀਪ ਵੀਰਾ, ਰਣਜੀਤ ਵੀਰਾ ਤੇ ਪਨੀਤ, ਮੈਂ ਇਹਨਾਂ ਸਾਰਿਆਂ ਨੂੰ ਬਹੁਤ ਪਿਆਰ ਕਰਦਾ ਵਾਂ ਤੇ ਮੈਂ ਕਰਦਾ ਰਹੂੰਗਾ ਵੀ ਪਿਆਰ ਇਹਨਾਂ ਨੂੰ ਸਾਰਿਆਂ ਨੂੰ। ਹਾਂ, ਇਹਨਾਂ ਨੇ ਆਪਣੀ ਸੇਵਾ ਕੀਤੀ ਆ ਤੇ ਇਹਨਾਂ ਦਾ ਜਿਹੜਾ ਹਿਸਾਬ ਕਿਤਾਬ ਆ ਉਹ ਆਪ ਖੁਦ ਦੇਣਗੇ, ਠੀਕ ਹੈ ਨਾ।
ਇਸ ਚੀਜ਼ ਦੇ ਵਿੱਚ ਤੁਸੀਂ ਮੈਨੂੰ ਨਾ ਭਾਜੀ ਲੈ ਕੇ ਆਓ ਕਿ ਤੂੰ ਇਹਨਾਂ ਦਾ ਹੈੱਡ ਆ। ਮੈਂ ਕੋਈ ਹੈੱਡ ਨਹੀਂ ਹੈਗਾ। ਅਸੀਂ ਆਪਣੀ ਸੇਵਾ ਕੀਤੀ ਆ, ਜਿਨ੍ਹਾਂ ਵੀਰਾਂ ਨੇ ਮੈਨੂੰ ਸੇਵਾ ਭੇਜੀ ਆ। ਮੈਂ ਚਲੋ ਇਹ ਤਾਂ ਹੁਣ ਤਾਂ ਲੋਕਡਾਊਨ ਆ, ਕਿਤੇ ਸਦਾ ਹੀ ਥੋੜਾ ਰਹਿਣਾ, ਸਦਾ ਨਹੀਂ ਰਹਿਣਾ ਲੋਕਡਾਊਨ। ਕਦੇ ਤਾਂ ਇਹ ਸੰਗਤ ਨੇ ਜਿਹੜੀ ਸੇਵਾ ਭੇਜੀ ਕਦੇ ਤਾਂ ਆਉਣਗੇ ਨਾ। ਆ ਦੇਖਿਓ, ਆ ਤੁਹਾਡੇ ਸਾਹਮਣੇ ਮੈਂ ਤਾਂ ਟਾਈਮ ਵੀ ਨੋਟ ਕੀਤਾ ਹੋਇਆ ਵੀ ਕਿੰਨੀ ਤਰੀਕ ਨੂੰ, ਆ ਦੇਖੋ ਕਿੰਨੀ ਤਰੀਕ ਨੂੰ ਕਿੰਨੇ ਵੱਜ ਕੇ ਕਿੰਨੇ ਮਿੰਟ ਦੇ ਇੰਨੀ ਅਮਾਊਂਟ ਮੈਨੂੰ ਜਿਹੜੀ ਉਹ ਰਿਸੀਵ ਹੋਈ ਹੈ, ਹਨਾ। 1-1 ਰੁਪਈਆ ਸੰਗਤ ਜੀ ਮੈਂ ਲਿਖਿਆ ਹੋਇਆ, 1-1 ਰੁਪਈਆ। ਤੇ ਬਾਕੀ ਮਾਫ ਕਰਿਓ ਸੰਗਤ ਜੀ, ਫਿਰ ਵੀ ਜਿਹੜਾ ਕਿਤੇ 19-21 ਹੋ ਗਈ ਹੋਵੇ ਮੇਰੇ ਕੋਲੋਂ, ਕਿਉਂਕਿ ਇਨਸਾਨ ਗਲਤੀਆਂ ਦਾ ਪੁਤਲਾ ਵਾ, ਹਨਾ। ਤੇ ਅਸੀਂ ਦਰਬਾਰ ਸਾਹਿਬ ਜਾ ਕੇ, ਕਿਉਂਕਿ ਉਸ ਤੋਂ ਵੱਡਾ ਪਵਿੱਤਰ ਸਥਾਨ ਮੈਨੂੰ ਨਹੀਂ ਲੱਗਦਾ ਕੋਈ ਹੋਰ ਹੈਗਾ ਵਾ, ਉੱਥੇ ਜਾ ਕੇ ਵੀ ਅਸੀਂ ਜਿਹੜੀ ਮਾਫੀ ਮੰਗਣ ਲਈ ਵੀ ਤਿਆਰ ਹਾਂ ਸੰਗਤ ਕੋਲੋਂ ਕਿ ਅਸੀਂ ਚਲੋ ਅਸੀਂ ਸੇਵਾ ਹੀ ਭੱਜ ਨੱਠ ਇੰਨੀ ਜ਼ਿਆਦਾ ਕੀਤੀ, ਇੰਨਾ ਕੁ ਜ਼ਿਆਦਾ ਵਰਕ ਕੀਤਾ, ਮਿਹਨਤ ਕੀਤੀ, ਹਨਾ। ਤੇ ਇਹ ਮਤਲਬ ਕਿ ਸਾਡੇ ਦਿਮਾਗ ਚੋਂ ਨਿਕਲ ਗਿਆ ਸੀਗਾ ਕਿ ਅਸੀਂ ਮਤਲਬ ਕਿ ਪਾਰਦਰਸ਼ਤਾ ਹੋਣੀ ਵੀ ਬਹੁਤ ਜ਼ਰੂਰੀ ਹੈ। ਇਹ ਸੱਚ ਆ, ਬਿਲਕੁਲ ਸੱਚੀਆਂ ਗੱਲਾਂ ਨੇ। ਪਾਰਦਰਸ਼ਤਾ ਹੋਣੀ ਬਹੁਤ ਜ਼ਰੂਰੀ ਹੈ। ਤੇ ਇਸੇ ਕਰਕੇ ਜਿੰਨੇ ਵੀ ਹੁਣ ਘਰ ਜਿਹੜੇ ਬਣਦੇ ਪਏ ਆ, ਕਿਉਂਕਿ ਕੋਈ ਲੈਂਟਰ ਤੇ ਖੜਾ ਵਾ ਘਰ, ਤੇ ਕਈ ਦੀ ਸ਼ਟਰਿੰਗ ਹੋ ਰਹੀ, 2-2 ਮਹੀਨੇ ਸੰਗਤ ਜੀ ਲੱਗ ਜਾਂਦੇ ਆ। ਸਾਰਿਆਂ ਨੂੰ ਪਤਾ, ਜਿਹੜੇ ਘਰ ਵੀਰ ਬਣਾਉਂਦੇ ਆ ਸਮਾਜ ਸੇਵੀ, ਸਾਰਿਆਂ ਨੂੰ ਪਤਾ ਕਿ 15-15 ਦਿਨ ਜਦੋਂ ਲੈਂਟਰ ਪੈ ਜਾਂਦਾ ਫਿਰ ਸ਼ਟਰਿੰਗ ਨਹੀਂ ਖੁੱਲਦੀ। ਕਈਆਂ ਦੀ ਸ਼ਟਰਿੰਗ ਹੋ ਲਈ, ਕਈਆਂ ਦੇ ਰੰਗ ਹੋ ਰਿਹਾ, ਘਰਾਂ ਨੂੰ ਬੂਹੇ ਲੱਗ ਰਹੇ ਆ। ਸੋ ਇੱਕ ਕਰਕੇ ਘਰ ਤੁਹਾਡੇ ਸਾਰਿਆਂ ਦੇ ਸੰਗਤ ਜੀ ਸਾਹਮਣੇ ਆ ਜਾਣਾ ਵਾ। ਤੇ ਬਾਕੀ ਉੱਥੇ ਜਿਹੜੇ ਘਰ ਬਣ ਰਹੇ, ਉੱਥੇ ਮੈਂ NRI ਵੀਰਾਂ ਦੀ ਮੈਂ ਫਿਰ ਕਹਿ ਦੇਣ ਲੱਗਾ ਕਿ ਉਹਨਾਂ ਦੀ ਮੈਂ ਡਿਊਟੀ ਲਾਈ ਹੋਈ ਆ ਕਿ ਭਾਈ ਤੁਸੀਂ ਆਪ ਹੀ ਜਾ ਕੇ, ਹਨਾ, ਹੁਣ ਆਪਣਾ ਪਰਿਵਾਰ ਦਾ ਮੈਂਬਰ ਭੇਜ ਕੇ ਉੱਥੇ ਤੁਸੀਂ ਕੰਮ ਕਰਾਓ। ਅਸੀਂ ਹੁਣ ਉਦੋਂ ਹੀ ਇਹ ਸੇਵਾ ਚਾਹਾਂਗੇ ਜਦੋਂ ਅਸੀਂ ਪ੍ਰੋਪਰ ਤਰੀਕੇ ਦੇ ਨਾਲ NGO ਰਜਿਸਟਰਡ ਕਰਵਾ ਲਵਾਂਗੇ, ਹਨਾ। ਕਿਉਂਕਿ ਇਸ ਚੀਜ਼ ਦੇ ਉੱਤੇ ਹੀ ਜਿਹੜਾ ਸਾਡਾ ਮੇਨ ਜਿਹੜੀ ਉਂਗਲ ਸਾਡੀ ਉੱਤੇ ਉੱਠੀ ਆ, ਇਸੇ ਕਰਕੇ ਉੱਠੀ ਆ ਕਿ ਭਾਈ ਤੁਹਾਡੀ ਜਿਹੜੀ NGO ਉਹ ਰਜਿਸਟਰਡ ਨਹੀਂ ਸੀਗੀ। ਪਰ ਮੈਂ ਕਦੇ ਵੀ ਇਸ ਚੀਜ਼ ਨੂੰ ਲੈ ਕੇ ਨਹੀਂ, ਅਸੀਂ ਤਾਂ ਇੱਕ ਇਨਸਾਨੀਅਤ ਦੇ ਨਾਤੇ ਇਨਸਾਨੀਅਤ ਨੂੰ ਮੁੱਖ ਰੱਖਦੇ ਹੋਏ ਸੇਵਾ ਕੀਤੀ ਸੀਗੀ। ਤੇ ਫਿਰ ਵੀ ਜੇ ਮੈਂ ਮੰਨਦਾ ਵਾਂ ਕਿ ਮੇਰੇ ਤੋਂ ਕੋਈ ਗਲਤੀ ਹੋਈ ਆ ਤਾਂ ਮੈਂ ਦਰਬਾਰ ਸਾਹਿਬ ਜਾ ਕੇ ਜ਼ਰੂਰ ਉੱਥੇ ਨੀਵੇਂ ਹੋ ਕੇ ਨਤਮਸਤਕ ਹੋ ਕੇ ਮੈਂ ਸੰਗਤ ਕੋਲੋਂ ਮਾਫੀ ਮੰਗੂੰਗਾ ਕਿ ਭਾਈ ਮੇਰੇ ਤੋਂ ਪਾਰਦਰਸ਼ਤਾ ਨਹੀਂ ਦਿਖਾਈ ਗਈ। ਤੇ ਬਾਕੀ ਖੁਸ਼ ਰਹੋ, ਇੱਦਾਂ ਹੀ ਪਿਆਰ ਕਰਦੇ ਰਹੋ, ਹਨਾ। ਤੇ ਸੇਵਾ ਆਪਾਂ ਇੱਦਾਂ ਹੀ ਰਲ ਮਿਲ ਕੇ ਸਾਰਿਆਂ ਨੇ ਕਰਦੇ ਰਹਿਣਾ ਵਾ। ਤੇ ਖੁਸ਼ ਰਹੋ, ਆਬਾਦ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਪਿਛਲੇ ਮਹੀਨੇ 1.5 ਮਹੀਨੇ ਤੋਂ ਜਿਹੜਾ ਕਾਫੀ ਜ਼ਿਆਦਾ ਚੱਲ ਰਿਹਾ, ਤੁਸੀਂ ਸਾਰਿਆਂ ਨੇ ਦੇਖਿਆ ਹੀ ਆ, ਸੁਣਿਆ ਵੀ ਆ। ਤੇ ਕਈ ਵੀਰ ਸਾਡੇ ਉਲਟ ਬੋਲੇ, ਸਾਨੂੰ ਮਾੜਾ ਚੰਗਾ ਬੋਲਿਆ, ਕਈ ਸਾਡੇ ਹੱਕ 'ਚ ਬੋਲੇ, ਤੇ ਕਈਆਂ ਨੇ ਸਾਨੂੰ ਨੀਵਾਂ ਦਿਖਾਉਣ ਲਈ ਬਹੁਤ ਕੁਛ ਕੀਤਾ। ਕਿੱਦਾਂ ਨਾ ਕਿੱਦਾਂ ਇਹਨਾਂ ਨੂੰ ਮਾੜਾ ਚੰਗਾ ਬੋਲਿਆ। ਚਲੋ ਮੈਨੂੰ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ। ਤੇ ਕਿਉਂ ਨਹੀਂ ਫਰਕ ਪੈਂਦਾ? ਕਿਉਂਕਿ ਸਾਡੇ ਜਿਹੜੇ ਸਾਨੂੰ ਪਿਆਰ ਕਰਨ ਵਾਲੇ ਸੀ ਉਹ ਅੱਜ ਵੀ ਸਾਡੇ ਨਾਲ ਖੜੇ ਨੇ, ਸਾਨੂੰ ਅੱਜ ਵੀ ਪਿਆਰ ਦਿੰਦੇ ਨੇ। ਤੇ ਬੜਾ ਮਾੜਾ ਚੰਗਾ ਸੰਗਤ ਵੱਲੋਂ ਬੋਲਿਆ ਗਿਆ, ਭੱਦੀ ਸ਼ਬਦਾਵਲੀ ਵਰਤੀ ਗਈ। ਪਰ ਹੁਣ ਮਹੀਨੇ 1.5 ਮਹੀਨੇ ਬਾਅਦ ਕੀ ਨਿਕਲ ਕੇ ਆਇਆ ਸਾਹਮਣੇ? ਕੁਛ ਨਿਕਲਿਆ, ਕੁਛ ਸਾਬਤ ਹੋਇਆ ਕੁਛ? ਗੁਰੂ ਪਿਆਰੀ ਸਾਧ ਸੰਗਤ ਜੀ, ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜਿਹੜਾ ਸਮਾਂ ਜਿਹੜਾ ਉਹ ਗੁਜ਼ਰਦਾ ਰਹਿੰਦਾ। ਸਿਆਣੇ ਕਹਿੰਦੇ ਹੁੰਦੇ ਸੀ, ਜੇ ਸਮਾਂ ਮਾੜਾ ਨਾ ਤਾਂ ਸਬਰ ਕਰੋ, ਜੇ ਚੰਗਾ ਤਾਂ ਵਾਹਿਗੁਰੂ ਦਾ ਸ਼ੁਕਰ ਕਰੋ। ਚਲੋ ਸਮਾਂ ਮਾੜਾ ਸੀਗਾ, ਤੇ ਮਾੜਾ ਸੀਗਾ ਸਮਾਂ, ਅਸੀਂ ਸਬਰ ਕੀਤਾ ਇਸ ਚੀਜ਼ ਦਾ। ਕਿਸੇ ਦੇ ਅੱਗੇ ਆਣ ਕੇ ਮਾੜਾ ਚੰਗਾ ਨਹੀਂ ਕਿਸੇ ਨੂੰ ਬੋਲਿਆ। ਹਾਂ, ਇਹ ਗੱਲ ਜ਼ਰੂਰ ਸੀ ਵੀ ਜਿੱਥੇ ਮੈਨੂੰ ਲੋੜ ਪੈਂਦੀ ਸੀ ਉੱਥੇ ਮੈਂ ਸਾਹਮਣੇ ਆਣ ਕੇ ਜਿਹੜਾ ਆਪਣਾ ਸਪਸ਼ਟੀਕਰਨ ਜਿਹੜਾ ਉਹ ਜ਼ਰੂਰ ਰੱਖਿਆ ਵਾ। ਤੇ ਉਸ ਤੋਂ ਬਾਅਦ ਮੈਂ ਆਪਣੀ ਸਾਧ ਸੰਗਤ ਨੂੰ ਦੱਸ ਦੇਣਾ ਚਾਹੁੰਦਾ ਕਿ ਜਦੋਂ ਵੀ ਮਤਲਬ ਕਿ ਰੌਲਾ ਪਿਆ ਤੇ ਉਹਦੇ ਵਿੱਚ ਇੱਕੋ ਗੱਲ ਦਾ ਜਿਹੜਾ ਮੇਨ ਇਸ਼ੂ ਉੱਠਿਆ ਸੀਗਾ ਕਿ ਤੁਹਾਡੀਆਂ ਗੱਡੀਆਂ ਫੋਰਚੂਨਰ ਇਹਨਾਂ ਨੇ ਸੇਵਾ ਵਾਲੇ ਪੈਸਿਆਂ 'ਚ ਲੈ ਲਈਆਂ ਤੇ ਵਗੈਰਾ ਬਹੁਤ ਕੁਝ ਹੋਇਆ। ਚਲੋ ਸਾਰੀ ਸੰਗਤ ਨੇ ਸੁਣਿਆ, ਸੀ ਵੀ ਹੱਥ ਜੋੜ ਕੇ
ਮਾਫੀ ਮੰਗਦੇ ਹਾਂ ਸੰਗਤ ਕੋਲੋਂ ਕਿ ਜੇ ਕਿਸੇ ਨੂੰ ਅਸੀਂ ਉੱਚਾ ਨੀਵਾਂ ਬੋਲ ਕੇ ਹੋਵਾਂਗੇ ਤੇ ਅਸੀਂ ਮਾਫੀ ਦੇ ਜਾਚਕ ਹਾਂ। ਤੇ ਉਸ ਤੋਂ ਬਾਅਦ ਮੈਂ ਸੰਗਤ ਨੂੰ ਦੱਸ ਦੇਣਾ ਚਾਹੁੰਦਾ ਕਿ 23 ਮਾਰਚ ਨੂੰ 2020 ਦੇ ਵਿੱਚ ਜਿਹੜਾ ਲੋਕਡਾਊਨ ਸ਼ੁਰੂ ਹੋ ਗਿਆ ਸੀ, ਤੇ ਉਸ ਤੋਂ ਪਹਿਲਾਂ ਤੁਹਾਨੂੰ ਸੰਗਤ ਜੀ ਪਤਾ ਹੀ ਆ ਸਾਰਿਆਂ ਨੂੰ ਕਿ ਅਸੀਂ ਨੋਰਮਲ ਇੱਕ ਸੇਵਾ ਕਰਦੇ ਹੁੰਦੇ ਸੀਗੇ। ਬਜ਼ੁਰਗਾਂ ਨੂੰ ਘਰਾਂ ਦੇ ਵਿੱਚ ਜਿਹੜਾ ਰਾਸ਼ਨ ਜਾ ਕੇ ਦੇ ਆਉਂਦੇ ਹੁੰਦੇ ਸੀਗੇ, NRI ਵੀਰਾਂ ਦੇ ਸਹਿਯੋਗ ਨਾਲ। ਕੁਝ ਸਾਡੇ ਪੰਜਾਬ ਪੁਲਿਸ ਦੇ ਨੌਜਵਾਨ ਸਾਡੇ ਨਾਲ ਜੁੜੇ ਹੋਏ ਸੀ, ਉਹਨਾਂ ਦੇ ਸਹਿਯੋਗ ਦੇ ਨਾਲ ਜਾ ਕੇ